नानक दास संत पाछै परयो, राख लिहो ए बारी। नानक दास संत पाछै परयो, राख लिहो ए बारी। सुखाओ टल गुर सेवियै, निस सहज सुभाए। दर्शन परसियै गुरु कै, जन्म मरण दुख जाए। होवै सिफत खसामदी, नूर अरसों कुरसों चटियै। तुद डिठे सच्चे पातशाह, मल जन्म जन्म दी कटियै। तुद डिठे सच्चे पातशाह, मल जन्म जन्म दी कटियै। सतनाम श्री वाहिगुरु साहिब जीओ। राग सोरठ बाणी भगत नामदेव जी की। घर दूजा एक ओंकार सतगुर प्रसाद। जब देखा तब गावा, तो जन धीरज पावा। नाद समाइलो रे सतगुर भेट ले देवा रहाओ। जब देखा तब गावा। वाहिगुरु जी का खालसा, वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਅਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਅੰਮ੍ਰਿਤ ਵੇਲੇ ਦਾ ਇਹ ਜੋ ਸੁਭਾਗਾ ਸਮਾਂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਗੁਰੂ ਕੀ ਸੰਗਤ ਵਿੱਚ ਗੁਰਬਾਣੀ ਪੜ੍ਹ ਕੇ ਸੁਣ ਕੇ ਆਪ ਸੰਗਤਾਂ ਨੇ ਸਫਲਾ ਬਣਾਇਆ। ਇਸ ਵੇਲੇ ਸਤਿਗੁਰਾਂ ਦੀ ਅਗੰਮੀ ਬਾਣੀ ਲੜੀਵਾਰ ਗੁਰਬਾਣੀ ਦੀ ਜੋ ਕਥਾ ਹੈ, ਉਹ ਆਪਾਂ ਸਰਵਣ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਸਤਿਗੁਰੂ ਜੀ ਸੋਠ ਰਾਗ ਦੇ ਵਿੱਚ ਭਗਤਾਂ ਦੀ ਜੋ ਬਾਣੀ ਹੈ, ਇਸ ਬਾਣੀ ਨੂੰ ਬਖਸ਼ਿਸ਼ ਕਰ ਰਹੇ ਨੇ। ਸਾਰਿਆਂ ਤੋਂ ਪਹਿਲਾਂ ਆਪਾਂ ਕਬੀਰ ਸਾਹਿਬ ਜੀਆਂ ਦੇ ਜੋ ਸ਼ਬਦ ਸਨ, 11 ਸ਼ਬਦ ਭਗਤ ਜੀਆਂ ਨੇ ਸੋਠ ਰਾਗ ਵਿੱਚ ਬਖਸ਼ਿਸ਼ ਕੀਤੇ ਕਬੀਰ ਸਾਹਿਬ ਜੀਆਂ ਨੇ। ਉਹ ਆਪਾਂ ਲੜੀਵਾਰ ਕਥਾ ਦੇ ਅੰਦਰ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਉਪਦੇਸ਼ ਨੂੰ ਸਰਵਣ ਕੀਤਾ। ਅੱਜ ਭਗਤ ਨਾਮਦੇਵ ਜੀ ਜੋ ਹੋਏ ਨੇ, ਇਹ ਉਹਨਾਂ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। 3 ਸ਼ਬਦ ਇੱਥੇ ਭਗਤ ਨਾਮਦੇਵ ਜੀ ਦੇ ਸੋਠ ਰਾਗ ਦੇ ਵਿੱਚ ਦਰਜ ਹੋਏ ਨੇ। 3 ਸ਼ਬਦਾਂ ਦੇ ਵਿੱਚੋਂ ਅੱਜ ਆਪਾਂ ਪਹਿਲਾ ਸ਼ਬਦ ਜਿਹੜਾ ਹੈ ਭਗਤ ਨਾਮਦੇਵ ਜੀ ਦਾ ਸਰਵਣ ਕਰਨ ਜਾ ਰਹੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਬੜੀ ਭਾਵਨਾ ਦੇ ਨਾਲ ਇਹ ਜੋ ਬਾਣੀ ਦੇ ਬਚਨ ਹਨ ਇਹਨਾਂ ਨੂੰ ਸਰਵਣ ਕਰੀਏ। ਮਿਲ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। राग सोरठ बाणी भगत नामदेव जी की। घर दूजा
ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਸ ਬਾਣੀ ਨੂੰ ਲਿਖਣ ਵਾਲੇ ਲਿਖਵਾਉਣ ਵਾਲੇ ਨੇ। ਬਾਣੀ ਲਿਖਦਿਆਂ ਹੋਇਆਂ ਮਹਾਰਾਜ ਜੀਆਂ ਨੇ ਪਹਿਲਾ ਬਚਨ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਰਾਗ ਸੋਰਠ। ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ। ਇਹ ਅੱਜ ਦਾ ਉਪਦੇਸ਼ ਜਿਹੜਾ ਪ੍ਰਾਪਤ ਹੋ ਰਿਹਾ ਹੈ ਸੋਰਠ ਰਾਗ ਦਾ ਹੈ। ਸੋਰਠ ਰਾਗ ਦੇ ਵਿੱਚ ਸਤਿਗੁਰੂ ਜੀਆਂ ਨੇ ਇਹ ਉਪਦੇਸ਼ ਸਰਵਨ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸੋਰਠ ਰਾਗ ਦਾ ਇਹ ਸ਼ਬਦ ਹੈ ਅਤੇ ਉਸ ਤੋਂ ਉਪਰੰਤ ਇਹ ਭਗਤ ਨਾਮਦੇਵ ਜੀਆਂ ਦੀ ਬਾਣੀ ਜਿਹੜੀ ਹੈ ਉਹ ਆਪਾਂ ਸਰਵਨ ਕਰ ਰਹੇ ਹਾਂ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਦਰਜ ਹੋਈ ਹੈ। ਸੋ ਉਹਨਾਂ 15 ਭਗਤਾਂ ਦੇ ਵਿੱਚੋਂ ਭਗਤ ਨਾਮਦੇਵ ਇੱਕ ਭਗਤ ਹਨ ਜਿਨ੍ਹਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ ਹੈ। ਸੋ ਭਗਤ ਜੀਆਂ ਦਾ ਜਿਹੜਾ ਜੀਵਨ ਹੈ ਉਹ ਬੜਾ ਸਾਦਾ ਅਤੇ ਬੜੀ ਕਮਾਈ ਵਾਲਾ ਜੀਵਨ ਹੈ। ਭਗਤ ਤਰਲੋਚਨ ਜੀ ਅਤੇ ਭਗਤ ਨਾਮਦੇਵ ਜੀ ਮਿੱਤਰ ਨੇ, ਸਮਕਾਲੀ ਭਗਤ ਨੇ। ਇੱਕੇ ਸਮੇਂ ਦੋਨੇ ਭਗਤ ਹੋਏ ਅਤੇ ਆਪਸ ਵਿੱਚ ਬੜਾ ਪ੍ਰੇਮ ਹੈ, ਆਪਸ ਵਿੱਚ ਬਹੁਤਾ ਪਿਆਰ ਹੈ ਦੋਨਾਂ ਭਗਤਾਂ ਦਾ। ਔਰ ਦੋਨਾਂ ਭਗਤਾਂ ਦੀ ਜਿਹੜੀ ਬਾਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ ਹੈ। ਭਗਤ ਨਾਮਦੇਵ ਜੀ ਦੀ ਬਾਣੀ ਅਤੇ ਇਸੇ ਤਰ੍ਹਾਂ ਭਗਤ ਤਰਲੋਚਨ ਜੀਆਂ ਦੀ ਜਿਹੜੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ ਹੈ। ਇੱਕ ਵਾਰ ਦਾ ਵਾਕਿਆ ਇਸ ਤਰ੍ਹਾਂ ਦਾ ਹੈ ਕਿ ਭਗਤ ਨਾਮਦੇਵ ਜੀਆਂ ਨੂੰ ਮਿਲਣ ਵਾਸਤੇ ਭਗਤ ਤਰਲੋਚਨ ਜੀ ਉਹਨਾਂ ਦੇ ਘਰ ਜਿੱਥੇ ਉਹ ਰਹਿੰਦੇ ਸਨ ਉਹਨਾਂ ਦੇ ਕੋਲ ਮਿਲਣ ਵਾਸਤੇ ਗਏ ਅਤੇ ਭਗਤ ਨਾਮਦੇਵ ਜੀ ਘਰ ਦੇ ਕੰਮ ਦੇ ਵਿੱਚ ਲੱਗੇ ਹੋਏ। ਭਗਤ ਤਰਲੋਚਨ ਜੀਆਂ ਨੇ ਵੇਖਿਆ ਕਿ ਇਹ ਤਾਂ ਘਰ ਦੇ ਕੰਮਾਂ ਵਿੱਚ ਲੱਗੇ ਹੋਏ। ਮੈਂ ਤਾਂ ਆਖਿਆ ਵੀ ਸ਼ਾਇਦ ਨਾਮਦੇਵ ਜੀ ਨਾਮ ਜਪਦੇ ਹੋਣਗੇ, ਸਿਮਰਨ ਕਰਦੇ ਹੋਣਗੇ। ਇਸ ਤਰ੍ਹਾਂ ਵੇਖ ਕੇ ਤੇ ਉਹਨਾਂ ਨੇ ਕਹਿ ਹੀ ਦਿੱਤਾ, ਕਹਿਣ ਲੱਗੇ ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ। ਭਗਤ ਤਰਲੋਚਨ ਜੀ ਕਹਿਣ ਲੱਗੇ ਆ ਮਿੱਤਰ, ਮੈਂ ਤੇਰਾ ਮਿੱਤਰ ਹਾਂ ਅਤੇ ਮੈਂ ਅੱਜ ਵੇਖ ਕੇ ਇਹ ਹਿਸਾਬ ਲਾਇਆ ਵੀ ਤੈਨੂੰ ਤਾਂ ਮਾਇਆ ਨੇ ਮੋਹਿਆ ਹੋਇਆ। ਕਿਉਂ? ਕਿਉਂਕਿ ਘਰ ਦੇ ਕੰਮ ਦੇ ਵਿੱਚ ਲੱਗਾ ਹੋਇਆ ਅਤੇ ਕੰਮ ਬੰਦਾ ਤਾਂ ਕਰਦਾ ਮਾਇਆ ਕਮਾਉਣ ਵਾਸਤੇ। ਨਾਮਾ ਮਾਇਆ ਮੋਹਿਆ, ਨਾਮਦੇਵ ਜੀ ਤੁਹਾਨੂੰ ਤੇ ਮਾਇਆ ਨੇ ਮੋਲਿਆ ਹੈ। ਕਹਿ ਤਰਲੋਚਨ ਮੀਤ ਕਾਹੇ ਛੀਪੋ ਛਾਇ ਲੈ ਰਾਮ ਨਾ ਲਾਵੋ ਚੀਤ। ਭਗਤ ਨਾਮਦੇਵ ਜੀ ਸ਼ਿੰਬੇ ਨੇ, ਕਹਿਣ ਲੱਗੇ ਤੁਸੀਂ ਇਹਨਾਂ ਕੰਮਾਂ ਵਿੱਚ ਲੱਗੇ ਹੋਏ ਹੋ, ਕੰਮ ਛੱਡ ਕੇ ਤੇ ਰਾਮ ਦੇ ਵਿੱਚ ਕਿਉਂ ਨਹੀਂ ਧਿਆਨ ਲਾਉਂਦੇ? ਰਾਮ ਨਾ ਲਾਵੋ ਚੀਤ, ਰਾਮ ਜੋ ਪਰਮਾਤਮਾ ਉਹਦੇ ਵਿੱਚ ਆਪਣਾ ਚਿੱਤ ਕਿਉਂ ਨਹੀਂ ਦਿੰਦੇ? ਕਿਉਂ ਕੰਮਾਂ ਦੇ ਵਿੱਚ ਫਸੇ ਹੋਏ ਹੋ? ਜਦੋਂ ਭਗਤ ਤਰਲੋਚਨ ਜੀਆਂ ਨੇ ਬਚਨ ਕੀਤੇ ਤੇ ਫਿਰ ਭਗਤ ਨਾਮਦੇਵ ਜੀ ਉਹਦਾ ਜਵਾਬ ਦੇਣ ਲੱਗੇ। ਕਹਿਣ ਲੱਗੇ ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ। ਨਾਮਦੇਵ ਜੀ ਦੀ ਅਵਸਥਾ ਅੱਗੇ ਨਿਕਲ ਗਈ ਹੈ ਨਾ। ਕਹਿਣ ਲੱਗੇ ਤਰਲੋਚਨ ਮਿੱਤਰ ਲੈ ਤੈਨੂੰ ਅੱਜ ਬੜਾ ਇੱਕ ਵੱਡਾ ਬਚਨ ਅਸੀਂ ਦਿੰਦੇ, ਗਿਆਨ ਦਾ ਬਚਨ ਤੇਰੇ ਨਾਲ ਸਾਂਝਾ ਕਰਦੇ। ਬਚਨ ਕਿਹੜਾ ਹੈ? ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ। ਰੱਬ ਦਾ ਨਾਮ ਤੇ ਮੁਖ ਤੋਂ ਜਪਿਆ ਜਾਣਾ ਨਾ, ਮੂੰਹ ਤੋਂ ਜਪਿਆ ਜਾਣਾ। ਮੂੰਹ ਤੋਂ ਕਹਿਣਾ ਰਾਮ ਰਾਮ ਰਾਮ। ਹੱਥਾਂ ਨੇ ਰਾਮ ਨਹੀਂ ਕਹਿਣਾ, ਪੈਰਾਂ ਨੇ ਰਾਮ ਨਹੀਂ ਕਹਿਣਾ। ਰਾਮ ਤੇ ਕੇਵਲ ਜ਼ੁਬਾਨ ਨੇ ਕਹਿਣਾ ਹੈ। ਤੇ ਅਸੀਂ ਤੈਨੂੰ ਇਹ ਬਚਨ ਅੱਜ ਦਿੰਦੇ ਹਾਂ, ਮੁਖ ਤੇ ਰਾਮ ਸੰਭਾਲ। ਆਪਣੇ ਮੁਖੋਂ ਰਾਮ ਦਾ ਨਾਮ ਜਪ। ਹਾਥ ਪਾਉ ਕਰ ਕਾਮ ਸਭ। ਆਪਣੇ ਰੁਜ਼ਗਾਰ ਵਾਸਤੇ, ਪਰਿਵਾਰ ਨੂੰ ਪਾਲਣ ਵਾਸਤੇ ਹੱਥਾਂ ਪੈਰਾਂ ਦੇ ਨਾਲ ਕੰਮ ਕਰ। ਕਿਰਤ ਵਿਰਤ ਕਰ ਧਰਮ ਦੇ, ਹੱਥੋਂ ਦੇ ਕੇ ਭਲਾ ਮਨਾਵੇ। ਧਰਮ ਦੀ ਕਿਰਤ ਕਰ, ਸੱਚੀ ਸੁੱਚੀ ਕਿਰਤ ਕਰ, ਪਰਿਵਾਰ ਦਾ ਪਾਲਣ ਪੋਸ਼ਣ ਕਰ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਆਪ ਬੈਲ ਵਾਹ ਕੇ, ਬਲਦ ਵਾਹ ਕੇ ਆਪ ਖੇਤੀ ਕੀਤੀ ਹੈ। ਦੱਸਿਆ ਵੀ ਹੱਥਾਂ ਪੈਰਾਂ ਨਾਲ ਕਿਰਤ ਵੀ ਕਰਨੀ ਹੈ, ਕੰਮ ਵੀ ਕਰਨਾ ਹੈ ਔਰ ਨਾਲ ਨਾਲ ਬੰਦਗੀ ਕਰਨੀ ਹੈ। ਸੁਲਤਾਨਪੁਰ ਸਾਹਿਬ ਦੀ ਧਰਤੀ 'ਤੇ ਆਪ ਮਹਾਰਾਜ ਜੀਆਂ ਨੇ ਹੱਟ ਦਾ ਕੰਮ ਕਰਕੇ ਆਖਿਆ ਕੰਮ ਕਰਨਾ ਹੈ। ਉਹੀ ਇੱਥੇ ਭਗਤ ਨਾਮਦੇਵ ਜੀ ਕਹਿ ਰਹੇ, ਕਹਿਣ ਲੱਗੇ ਹਾਥ ਪਾਉ ਕਰ ਕਾਮ ਸਭ। ਹੱਥਾਂ ਪੈਰਾਂ ਦੇ ਨਾਲ ਕਿਰਤ ਵਿਰਤ ਕਰ, ਪਰ ਅੱਗੇ ਕੀ ਕਰਨਾ? ਚੀਤ ਨਿਰੰਜਨ ਨਾਲ।
ਮਨ ਨੂੰ ਕੰਮ ਦੇ ਵਿੱਚ ਨਹੀਂ ਖੁਬੋ ਦੇਣਾ ਕਿ ਹਰ ਵੇਲੇ ਕੰਮ ਹੀ ਯਾਦ ਰਵੇ, ਹਰ ਵੇਲੇ ਮਾਇਆ ਯਾਦ ਰਵੇ। ਨਹੀਂ, ਹਰ ਵੇਲੇ ਤੈਨੂੰ ਮਨ ਦੇ ਵਿੱਚ ਪਰਮਾਤਮਾ ਯਾਦ ਰਵੇ। ਹੱਥਾਂ ਪੈਰਾਂ ਨਾਲ ਕੰਮ ਜ਼ਰੂਰ ਕਰ, ਕਿਰਤ ਕਰ, ਪਰ ਨਾਲ ਨਾਲ ਨਾਮ ਜਪ। ਇਹ ਭਗਤ ਨਾਮਦੇਵ ਜੀਆਂ ਨੇ ਉਸ ਵੇਲੇ ਬਚਨ ਬਖਸ਼ਿਸ਼ ਕੀਤੇ। ਐਸੀ ਕਮਾਈ ਵਾਲੇ ਭਗਤ ਨੇ ਭਗਤ ਨਾਮਦੇਵ ਜੀ, ਜਿਨ੍ਹਾਂ ਦਾ ਦਿਉਰਾ ਪੰਜਾਬ ਦੀ ਧਰਤੀ 'ਤੇ ਜਿਹੜੇ ਘੁਮਾਣ ਦੇ ਬਣਿਆ ਹੋਇਆ। ਭਗਤ ਨਾਮਦੇਵ ਜੀਆਂ ਨੇ ਇੱਥੇ ਆਪਣੇ ਜੀਵਨ ਦਾ ਅੰਤਮ ਪੜਾਅ ਜਿਹੜਾ ਸੀ ਪੂਰਾ ਕੀਤਾ। ਇੱਥੇ ਆ ਕੇ ਆਪਣਾ ਸਰੀਰ ਛੱਡਿਆ। ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਇਹਨਾਂ ਦਾ ਉਹ ਪਵਿੱਤਰ ਸਥਾਨ ਦਿਉਰਾ ਬਣਿਆ ਹੋਇਆ ਭਗਤ ਨਾਮਦੇਵ ਜੀਆਂ ਦਾ। ਸੋ ਐਸੇ ਭਗਤ ਦੀ ਬਾਣੀ ਜਿਹੜੀ ਹੈ ਉਹ ਆਪਾਂ ਸਰਵਣ ਕਰਨ ਜਾ ਰਹੇ ਹਾਂ। ਸਤਿਗੁਰਾਂ ਨੇ ਬਚਨ ਦਰਜ ਕੀਤਾ, ਭਗਤ ਨਾਮਦੇਵ ਜੀ ਕੀ। ਇਹ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਜਿਨ੍ਹਾਂ ਦਾ ਐਸਾ ਜੀਵਨ ਹੈ। ਘਰ ਦੂਜੇ ਦੇ ਅੰਦਰ ਗਾਉਣ ਦਾ ਹੁਕਮ ਜਿਹੜਾ ਉਹ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਘਰ ਦੀ ਇੱਕ ਰੀਤ ਹੈ, ਮਰਿਆਦਾ ਹੈ ਕਿ ਕਾਰਜ ਕਰਨ ਤੋਂ ਪਹਿਲਾਂ ਪਰਮੇਸ਼ਰ ਨੂੰ ਚੇਤੇ ਜ਼ਰੂਰ ਕਰਨਾ ਹੈ। ਅਕਾਲ ਪੁਰਖ ਦਾ ਧੰਨਵਾਦ ਜ਼ਰੂਰ ਕਰਨਾ ਹੈ। ਸ਼ਬਦ ਲਿਖਦੇ ਪਏ ਭਗਤ ਜੀਆਂ ਦਾ ਗੁਰੂ ਅਰਜਨ ਦੇ ਪਾਤਸ਼ਾਹ, ਪਰ ਸਾਰਿਆਂ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਮੁੱਖ ਰੱਖਦਿਆਂ ਹੋਇਆਂ ਬਚਨ ਲਿਖਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਪਰਮਾਤਮਾ ਦਾ ਨਾਮ ਹੈ। ਉਹ ਪਰਮਾਤਮਾ ਭਾਈ ਇੱਕ ਹੈ। ਏਕਾ ਲਾ ਕੇ ਬਚਨ ਕੀਤਾ ਵੀ ਉਹ ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਤੀਜਾ ਕੋਈ ਨਹੀਂ ਹੈ। ਉਸ ਇੱਕ ਪਰਮਾਤਮਾ ਨੂੰ ਜੇ ਪਾਉਣਾ ਚਾਹੁੰਦਾ ਹੈ ਤੇ ਸਤਿਗੁਰ ਪ੍ਰਸਾਦ, ਤੈਨੂੰ ਗੁਰੂ ਦੀ ਪ੍ਰਸਾਦ ਕਹੀਏ, ਕਿਰਪਾ ਲੈਣੀ ਪਵੇਗੀ, ਗੁਰੂ ਦੀ ਬਖਸ਼ਿਸ਼ ਲੈਣੀ ਪਵੇਗੀ, ਗੁਰੂ ਦਾ ਖੁਸ਼ਾ ਲੈਣਾ ਪਵੇਗਾ। ਤੇ ਗੁਰੂ ਦੀ ਖੁਸ਼ੀ ਜਿਹੜੀ ਹੈ ਨਾ ਗੁਰਮੁਖੋ ਗੱਲਾਂ ਨਾਲ ਨਹੀਂ ਜੇ ਮਿਲਦੀ। ਗੱਲੀ ਅੱਲ ਪਲਾਲੀਆਂ, ਗੱਲਾਂ ਨਾਲ ਤੇ ਬੜੀਆਂ ਬੜੀਆਂ ਵੱਡੀਆਂ ਲੋਕੀ ਸ਼ੇਖੀਆਂ ਮਾਰਦੇ, ਪਰ ਗੱਲਾਂ ਨਾਲ ਖੁਸ਼ੀ ਗੁਰੂ ਖੁਸ਼ ਨਹੀਂ ਹੁੰਦਾ। ਗੁਰੂ ਤੇ ਕਰਨੀ ਦੇਖਦਾ, ਕਰਤੂਤ ਦੇਖਦਾ ਵੀ ਇਹ ਕੀ ਕਰਮ ਕਰਦਾ। ਸੋ ਐਸੇ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਉਹ ਆਪਾਂ ਸਰਵਨ ਕਰਨ ਜਾ ਰਹੇ ਹਾਂ। ਜਬ ਦੇਖਾ ਤਬ ਗਾਵਾਂ। ਭਗਤ ਨਾਮਦੇਵ ਜੀਆਂ ਨੂੰ ਆ ਕੇ ਕਿਸੇ ਪ੍ਰੇਮੀ ਨੇ ਪੁੱਛਿਆ, ਕਹਿਣ ਲੱਗੇ, ਨਾਮਦੇਵ ਜੀ ਤੁਸੀਂ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕੀਤਾ? ਜਦੋਂ ਕੋਈ ਵਿਅਕਤੀ ਮੰਜ਼ਿਲ 'ਤੇ ਪਹੁੰਚ ਜਾਂਦਾ ਨਾ, ਫਿਰ ਸਾਰੇ ਉਸ ਨੂੰ ਪੁੱਛਦੇ ਵੀ ਤੂੰ ਇਹ ਪ੍ਰਾਪਤੀ ਕਿਵੇਂ ਕੀਤੀ ਹੈ। ਜਦੋਂ ਉਹ ਸੰਘਰਸ਼ ਕਰ ਰਿਹਾ ਹੁੰਦਾ ਉਦੋਂ ਭਾਵੇਂ ਉਹਦੀ ਕੋਈ ਬਾਤ ਨਾ ਪੁੱਛੇ, ਪਰ ਜਦੋਂ ਮੰਜ਼ਿਲ 'ਤੇ ਪਹੁੰਚ ਜਾਂਦਾ ਫਿਰ ਵਧਾਈਆਂ ਦੇਣ ਵਾਲੇ ਵੀ ਆ ਜਾਂਦੇ, ਪੁੱਛਣ ਵਾਲੇ ਵੀ ਆ ਜਾਂਦੇ। ਹੁਣ ਭਗਤ ਨਾਮਦੇਵ ਜੀਆਂ ਨੂੰ ਪੁੱਛਿਆ ਕਿਸੇ ਪੈਰੋਕਾਰ ਸ਼ਰਧਾਲੂ ਨੇ ਆ ਕੇ, ਕਹਿਣ ਲੱਗਾ ਜੀ ਤੁਹਾਨੂੰ ਪਰਮਾਤਮਾ ਕਿਵੇਂ ਪ੍ਰਾਪਤ ਹੋਇਆ? ਇਹ ਪਹਿਲਾ ਸਵਾਲ ਹੈ। ਦੂਜਾ ਸਵਾਲ ਇਹ ਹੈ ਕਿ ਸਾਨੂੰ ਉਹ ਕਿਵੇਂ ਮਿਲੇ ਜਿਹੜਾ ਤੁਹਾਨੂੰ ਮਿਲਿਆ, ਜਿਹਨੂੰ ਤੁਸੀਂ ਪਾਲਿਆ? ਉਹ ਰਸਤਾ ਸਾਨੂੰ ਵੀ ਦੱਸੋ, ਅਸੀਂ ਵੀ ਉਹਨੂੰ ਪਾ ਲਈਏ। ਇਹ ਦੂਜਾ ਸਵਾਲ ਹੈ। ਇਹ ਦੋ ਸਵਾਲ ਕਿਸੇ ਸ਼ਰਧਾਲੂ ਗੁਰਮੁਖ ਨੇ ਆ ਕੇ ਕੀਤੇ, ਤੁਹਾਨੂੰ ਕਿਵੇਂ ਮਿਲਿਆ ਪਰਮਾਤਮਾ ਔਰ ਸਾਨੂੰ ਕਿਵੇਂ ਮਿਲੇ? ਇਹ ਬਚਨ ਸੁਣ ਕੇ ਫਿਰ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਹਨ। ਜਬ ਦੇਖਾ ਤਬ ਗਾਵਾਂ। ਭਗਤ ਨਾਮਦੇਵ ਜੀਆਂ ਨੇ ਇਹ ਜਿਹੜਾ ਸ਼ਬਦ ਬਚਨ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਬਚਨ ਆਇਆ, ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ, ਨਾਦ ਸਮਾਇ ਲੋ ਰੇ ਸਤਿਗੁਰ ਭੇਟ ਲੈ ਦੇਵਾ। ਅਨਵੇਂ ਕਰਕੇ ਆਪਾਂ ਅਰਥ ਜਿਹੜਾ ਹੈ ਇਸ ਦਾ ਸਰਵਨ ਕਰਾਂਗੇ। ਸਤਿਗੁਰ ਭੇਟ ਲੈ, ਜਦੋਂ ਪੂਰਾ ਗੁਰੂ ਭੇਟ ਲੈ ਕਹੀਏ ਮਿਲਿਆ। ਹੁਣ ਨਾਮਦੇਵ ਜੀ ਨੂੰ ਪੁੱਛਿਆ ਨਾ ਵੀ ਤੁਹਾਨੂੰ ਪਰਮਾਤਮਾ ਕਿਵੇਂ ਮਿਲਿਆ? ਕਹਿਣ ਲੱਗੇ ਵੀ ਪਰਮਾਤਮਾ ਨੂੰ ਮਿਲਣ ਤੋਂ ਪਹਿਲਾਂ ਸਤਿਗੁਰ ਭੇਟ ਲੈ ਦੇਵਾ। ਜਿਹੜਾ ਸਤਿਗੁਰੂ ਹੈ ਨਾ, ਪਹਿਲਾਂ ਮੈਂ ਉਹਦੀ ਪ੍ਰਾਪਤੀ ਕੀਤੀ ਹੈ, ਪਹਿਲਾਂ ਗੁਰੂ ਨੂੰ ਜਾ ਕੇ ਮਿਲਿਆ। ਜਦੋਂ ਗੁਰੂ ਨੂੰ ਜਾ ਕੇ ਮਿਲਿਆ ਤੇ ਜਾ ਕੇ ਬੇਨਤੀ ਕੀਤੀ, ਜੀ ਮੇਰਾ ਭਲਾ ਕਿਵੇਂ ਹੋਵੇ? ਤੇ ਗੁਰੂ ਨੇ ਦਿੱਤਾ ਉਪਦੇਸ਼, ਆਖਿਆ ਇਹ ਉਪਦੇਸ਼ ਲੈ, ਇਹਦੀ ਕਮਾਈ ਕਰ। ਨਾਦ ਸਮਾਇ ਲੋ ਰੇ, ਨਾਦ ਨਾਮ ਗੁਰਮੁਖੋ ਉਪਦੇਸ਼ ਦਾ ਹੈ। ਗੁਰੂ ਨੇ ਦਿੱਤਾ ਉਪਦੇਸ਼ ਤੇ ਉਹ ਉਪਦੇਸ਼ ਸਮਾਇ ਲੋ, ਮੇਰੇ ਹਿਰਦੇ ਵਿੱਚ ਸਮਾ ਗਿਆ। ਜਦੋਂ ਹਿਰਦੇ ਵਿੱਚ ਉਪਦੇਸ਼ ਸਮਾਇਆ, ਫਿਰ ਮੈਂ ਗੁਰਮੁਖੋ ਉਸ ਉਪਦੇਸ਼ ਦੀ ਕਮਾਈ ਕੀਤੀ। ਕਿਵੇਂ ਕੀਤੀ ਹੈ? ਗੁਰੂ ਦੀ ਮਰਿਆਦਾ ਵਿੱਚ ਰਹਿ ਕੇ। ਅਸੀਂ ਖੇਤ ਨੂੰ ਪਾਣੀ ਲਾਉਣੇ ਆ ਨਾ, ਉਹਦੀ ਵੀ ਇੱਕ ਸੀਮਾ ਹੈ। ਖੇਤ ਨੂੰ ਪਾਣੀ ਲਾਉਣ ਵਾਸਤੇ ਆੜ ਬਣਾਉਣੀ ਪੈਂਦੀ ਹੈ, ਖਾਲ ਬਣਾਉਣਾ ਪੈਂਦਾ, ਵੱਟਾਂ ਬਣਾਉਣੀਆਂ ਪੈਂਦੀਆਂ, ਪਾਣੀ ਨੂੰ 4 ਚੁਫੇਰਿਓਂ ਬੰਨ੍ਹਣਾ ਪੈਂਦਾ, ਫਿਰ ਜਾ ਕੇ ਖੇਤ ਸਿੰਚਿਆ ਜਾਂਦਾ। ਜੇ ਕੋਈ ਆਖੇ ਵੀ ਰੜੇ ਮੈਦਾਨ ਵਿੱਚ ਛੱਡਦੇ ਆ, ਉਹ ਇੱਧਰ ਉੱਧਰ ਆਂਢੀਆਂ ਗੁਆਂਢੀਆਂ ਨੂੰ ਪਾਣੀ ਮਿਲੇਗਾ, ਖੇਤ ਨਹੀਂ ਪੂਰਾ ਹੋਣਾ।
ਜੇ ਇੱਕ ਖੇਤ ਭਰਨਾ ਹੈ ਤੇ ਉਹਦੀ ਵੀ ਇੱਕ ਮਰਿਆਦਾ ਹੈ, ਉਹਦੀ ਵੀ ਇੱਕ ਬੰਧਾਨ ਹੈ। ਜੇ ਪਰਮਾਤਮਾ ਨੂੰ ਪਾਉਣਾ ਤੇ ਗੁਰਮੁਖਾ ਉਹਦੀ ਵੀ ਇੱਕ ਮਰਿਆਦਾ। ਜੇ ਤੂੰ ਆਖੇ ਵੀ ਬਿਨਾਂ ਮਰਿਆਦਾ ਤੋਂ ਨਾ ਗੁਰੂ ਵਾਲਾ ਬੰਨਣਾ ਪਵੇ, ਨਾ ਅੰਮ੍ਰਿਤ ਛਕਣਾ ਪਵੇ, ਨਾ ਗੁਰੂ ਦਾ ਬਚਨ ਮੰਨਣਾ ਪਵੇ, ਨਾ ਕਮਾਈ ਕਰਨੀ ਪਵੇ, ਕਰਨਾ ਮੈਨੂੰ ਕੁਝ ਨਾ ਪਵੇ ਤੇ ਪ੍ਰਾਪਤੀ ਹੋ ਜਾਵੇ, ਇਸ ਤਰ੍ਹਾਂ ਨਹੀਂ ਉਹ ਕੁਝ ਹੁੰਦਾ। ਇਹ ਤੇਰੇ ਮਨ ਦਾ ਭਰਮ ਹੈ। ਇਸ ਭਰਮ ਦੇ ਵਿੱਚੋਂ ਬਾਹਰ ਨਹੀਂ ਉਹ ਨਿਕਲਿਆ ਜਾਣਾ। ਇਸ ਕਰਕੇ ਪਹਿਲਾਂ ਗੁਰੂ ਦੀ ਮਰਿਆਦਾ ਜਿਹੜੀ ਹੈ ਨਾ, ਉਹ ਧਾਰਨ ਕਰਨੀ ਬੜੀ ਜ਼ਰੂਰੀ ਹੈ। ਜਦੋਂ ਮਰਿਆਦਾ ਦੇ ਵਿੱਚ ਰਵੇਂਗਾ ਫਿਰ ਅੱਗੇ ਅੱਗੇ ਪ੍ਰਾਪਤੀ ਹੈ। ਭਗਤ ਨਾਮਦੇਵ ਜੀ ਕਹਿਣ ਲੱਗੇ, ਮੈਨੂੰ ਪਰਮਾਤਮਾ ਕਿਵੇਂ ਮਿਲਿਆ, ਤੁਹਾਨੂੰ ਪਰਮਾਤਮਾ ਕਿਵੇਂ ਮਿਲੇ? ਸਾਰਿਆਂ ਤੋਂ ਪਹਿਲਾ ਬਚਨ ਹੈ ਸਤਿਗੁਰ ਭੇਟ ਲੈ। ਪਹਿਲਾਂ ਗੁਰੂ ਦੇ ਨਾਲ ਭੇਟ ਲੈ ਕਹੀਏ, ਮਿਲਣਾ ਪੈਣਾ। ਜਿਹੜੇ ਗੁਰੂ ਦੇ ਨਾਲ ਮਿਲੇ, ਗੁਰੂ ਫਿਰ ਉਹਨਾਂ ਨੂੰ ਆ ਕੇ ਮਿਲਿਆ। ਜਦੋਂ ਗੁਰੂ ਮਿਲਿਆ, ਗੁਰੂ ਨੇ ਵੇਖਿਆ ਵੀ ਇਹ ਸਿੱਖ ਦਾ ਭਲਾ ਕਰਨਾ ਚਾਹੀਦਾ। ਫਿਰ ਗੁਰੂ ਨੇ ਦਿੱਤਾ ਉਪਦੇਸ਼, ਨਾਦ ਸਮਾਇ ਲੋ ਰੇ। ਨਾਦ ਤੋਂ ਭਾਵ ਉਪਦੇਸ਼। ਗੁਰੂ ਨੇ ਉਪਦੇਸ਼ ਦਿੱਤਾ, ਭਾਈ ਇਹ ਉਪਦੇਸ਼ ਦੀ ਕਮਾਈ ਕਰ। ਤੇ ਜਦੋਂ ਉਹ ਉਪਦੇਸ਼ ਗੁਰਮੁਖੋ ਹਿਰਦੇ ਵਿੱਚ ਸਮਾ ਗਿਆ ਨਾ, ਹਿਰਦੇ ਵਿੱਚ ਸਮਾਉਣ ਤੋਂ ਭਾਵ ਇਹ ਹੁੰਦਾ ਵੀ ਪੱਕੀ ਗੰਠ ਬੰਨ੍ਹ ਲੈਣੀ ਵੀ ਹਾਂ ਇਹ ਬਚਨ ਮੰਨਣਾ ਹੀ ਮੰਨਣਾ ਹੈ। ਹੁਣ ਕਥਾ ਤੇ ਆਪਾਂ ਵੀ ਸੁਣਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਰੋਜ਼ ਮੁੱਖ ਵਾਕ ਵੀ ਸੁਣਦੇ ਹਾਂ, ਰੋਜ਼ ਮੁੱਖ ਵਾਕ ਲਿਖੇ ਹੋਏ ਪੜ੍ਹਦੇ ਵੀ ਜ਼ਰੂਰ ਆ। ਥਾਵਾਂ ਥਾਵਾਂ ਤੋਂ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਮੁੱਖ ਵਾਕ ਸਾਡੇ ਕੋਲ ਲਿਖੇ ਲਿਖਾਏ ਆਉਂਦੇ, ਜਾਂ ਮੁੱਖ ਵਾਕ ਅਸੀਂ ਸੁਣਦੇ ਪਏ ਵੀਡੀਓ ਦੇ ਵਿੱਚ। ਸੁਣੇ ਤੇ ਜ਼ਰੂਰ ਨੇ, ਦੇਖੇ ਤੇ ਜ਼ਰੂਰ ਨੇ, ਪੜ੍ਹੇ ਤੇ ਜ਼ਰੂਰ ਨੇ, ਪਰ ਕਮਾਈ ਕਿੰਨੀ ਕੁ ਹੈ? ਕਮਾਈ ਬਿਲਕੁਲ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇੱਥੇ ਭਲਾ ਉਹਨਾਂ ਦਾ ਹੁੰਦਾ ਪਿਆ ਜਿਹੜੇ ਕਮਾਈ ਵਾਸਤੇ ਲੱਗੇ। ਜਿੰਨਾ ਚਿਰ ਕਮਾਈ ਨਹੀਂ ਨਾ ਕਰਦੇ ਉਹਨਾਂ ਚਿਰ ਗੱਡੀ ਉੱਥੇ ਦੀ ਉੱਥੇ ਖੜੀ ਹੈ। ਗੱਡੀ ਖਲੋਤੀ ਨੂੰ ਜਿੰਨਾ ਮਰਜ਼ੀ ਸ਼ਿੰਗਾਰੀ ਜਾਓ, ਉਹਨੂੰ ਧੋਤੀ ਜਾਓ, ਉਹ 'ਤੇ ਫੁੱਲ ਪਾਈ ਜਾਓ, ਜਿੰਨਾ ਚਿਰ ਰਸਤੇ 'ਤੇ ਤੋਰਦੇ ਨਹੀਂ ਉਹ ਮੰਜ਼ਿਲ 'ਤੇ ਨਹੀਂ ਪਹੁੰਚੇਗੀ। ਮੰਜ਼ਿਲ 'ਤੇ ਤਾਂ ਪਹੁੰਚੇਗੀ ਰਸਤੇ 'ਤੇ ਤੁਰੀ ਹੈ। ਇਸੇ ਤਰ੍ਹਾਂ ਅਸੀਂ ਕਰਦੇ ਤੇ ਬੜਾ ਕੁਝ ਹਾਂ, ਪਰ ਕਮਾਈ ਨਹੀਂ ਕਰਦੇ। ਜਿੰਨਾ ਚਿਰ ਕਮਾਈ ਨਹੀਂ ਕਰਦੇ ਉਹਨਾਂ ਚਿਰ ਮੰਜ਼ਿਲ ਕਿਵੇਂ ਮਿਲੇ? ਸਾਰਿਆਂ ਤੋਂ ਪਹਿਲਾ ਬਚਨ ਗੁਰੂ ਘਰ ਦਾ, ਜਿਵੇਂ ਆਪਾਂ ਪੰਜਾਬੀ ਸਿੱਖਣ ਲੱਗਦੇ ਹਾਂ ਨਾ, ਤੇ ਪੰਜਾਬੀ ਸਿੱਖਣ ਵਾਸਤੇ ਪਹਿਲਾਂ ਸਭ ਤੋਂ ਊੜਾ ਪੜ੍ਹਨਾ ਪੈਂਦਾ, ਊੜਾ ਸਿੱਖਣਾ ਪੈਂਦਾ। ਤੇ ਊੜੇ ਤੋਂ ਬਾਅਦ ਵਿੱਚ ਐੜਾ ਆਉਂਦਾ। ਕੋਈ ਅੰਗਰੇਜ਼ੀ ਸਿੱਖਦਾ ਉਹਨੂੰ ਪਹਿਲਾਂ ਏ ਸਿੱਖਣੀ ਪੈਂਦੀ, ਫਿਰ ਬੀ। ਸ਼ੁਰੂ ਜਿਹੜਾ ਹੈ ਏ ਤੋਂ ਹੋਵੇਗਾ, ਸ਼ੁਰੂ ਹੋਵੇਗਾ ਊੜੇ ਤੋਂ। ਇਸੇ ਤਰ੍ਹਾਂ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹਣਾ ਤੇ ਸ਼ੁਰੂਆਤ ਗੁਰੂ ਤੋਂ ਹੋਣੀ ਹੈ। ਗੁਰੂ ਬਿਨਾਂ ਗੱਲ ਨਹੀਂ ਹੋ ਬਣਨੀ। ਤੂੰ ਸਿਆਣਾ ਬੜਾ ਹੈ, ਤੂੰ ਚੰਗਾ ਬੜਾ ਹੈ, ਤੇਰੀ ਕਿਸਮਤ ਬੜੀ ਚੰਗੀ ਹੈ, ਤੂੰ ਬੜਾ ਚਲਾਕ ਹੈ, ਪਰ ਪ੍ਰਾਪਤੀ ਉਹਨਾਂ ਚਿਰ ਨਹੀਂ ਜਿੰਨਾ ਚਿਰ ਗੁਰੂ ਰੂਪੀ ਊੜੇ ਨੂੰ ਪ੍ਰਾਪਤ ਨਹੀਂ ਕਰਦਾ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋਣੀ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ, ਸਤਿਗੁਰ ਭੇਟ ਲੈ ਦੇਵਾ। ਸਤਿਗੁਰੂ ਤੋਂ ਭਾਵ ਪੂਰਾ ਗੁਰੂ। ਦੇਵਾ ਕਹੀਏ ਜੋ ਪ੍ਰਕਾਸ਼ ਸਰੂਪ ਪਰਮਾਤਮਾ, ਉਹਦਾ ਰੂਪ ਜਿਹੜਾ ਗੁਰੂ ਹੋ ਗਿਆ ਨਾ, ਜਦੋਂ ਉਹ ਗੁਰੂ ਭੇਟ ਲੈ ਕਹੀਏ ਗੁਰਮੁਖੋਂ ਮਿਲਿਆ, ਤੇ ਕਹਿਣ ਲੱਗੇ ਫਿਰ ਨਾਦ ਸਮਾਇ ਲੋ ਰੇ। ਗੁਰੂ ਦਾ ਨਾਦ ਉਪਦੇਸ਼ ਹਿਰਦੇ ਵਿੱਚ ਸਮਾਇਆ, ਉਹਨੂੰ ਚੰਗੀ ਤਰ੍ਹਾਂ ਬੰਨ੍ਹ ਲਿਆ ਮਨ ਦੇ ਵਿੱਚ ਵੀ ਇਹ ਬਚਨ ਮੰਨਣੇ ਨੇ ਗੁਰੂ ਦੇ। ਇਹਨੂੰ ਕਹਿੰਦੇ ਨੇ ਉਪਦੇਸ਼ ਸਮਾਉਣਾ। ਸੁਣਦੇ ਤੇ ਆਪਾਂ ਵੀ ਹਾਂ, ਪਰ ਮੰਨਦੇ ਨਹੀਂ। ਨਹੀਂ ਮੰਨਦੇ ਕਰਕੇ ਉਹ ਬਚਨ ਨਿਕਲ ਗਏ। ਪਰ ਜਿਨ੍ਹਾਂ ਨੇ ਉਹ ਬਚਨ ਹਿਰਦੇ ਵਿੱਚ ਸਮਾ ਲਏ, ਹਿਰਦੇ ਵਿੱਚ ਧਾਰਨ ਕਰ ਲਏ, ਫਿਰ ਉਹਨਾਂ ਨੂੰ ਕਹਿੰਦੇ ਜਿਹੜੀ ਪ੍ਰਾਪਤੀ ਹੈ ਬਖਸ਼ਿਸ਼ ਵਾਲੀ ਹੋ ਜਾਂਦੀ ਹੈ। ਜਬ ਦੇਖਾ ਤਬ ਗਾਵਾ। ਜਦੋਂ ਉਹਨਾਂ ਗੁਰਮੁਖਾਂ ਨੇ ਗੁਰੂ ਦਾ ਉਪਦੇਸ਼ ਲੈ ਕੇ ਗਾਵਾਂ ਕਹੀਏ ਗਾਵਿਆ, ਹੁਣ ਉਪਦੇਸ਼ ਤੇ ਮਿਲ ਗਿਆ, ਪਰ ਉਪਦੇਸ਼ ਦੀ ਕਮਾਈ ਤੇ ਕਰਨੀ ਪਵੇਗੀ ਨਾ। ਜਿਨ੍ਹਾਂ ਨੇ ਉਪਦੇਸ਼ ਦੀ ਫਿਰ ਕੀਤੀ ਹੈ ਕਮਾਈ, ਤੇ ਕਮਾਈ ਕਰਨ ਵਾਲਿਆਂ ਨੂੰ ਫਿਰ ਕੀ ਹੋਇਆ? ਪਰਮਾਤਮਾ ਦਿਸਿਆ ਹੈ। ਇਹ ਤਿੰਨ ਵੱਖ-ਵੱਖ ਸਟੈਪ ਨੇ, ਤਿੰਨ ਪੌੜੀਆਂ ਨੇ। ਸਾਰਿਆਂ ਤੋਂ ਪਹਿਲੀ ਪੌੜੀ ਹੈ ਗੁਰੂ ਧਾਰਨ ਕਰ। ਦੂਜੀ ਪੌੜੀ ਹੈ ਗੁਰੂ ਦਾ ਦਿੱਤਾ ਹੋਇਆ ਉਪਦੇਸ਼, ਉਹਦੀ ਕਮਾਈ ਕਰ। ਤੇ ਤੀਜੀ ਪੌੜੀ ਹੈ ਜਦੋਂ ਉਪਦੇਸ਼ ਦੀ ਕਮਾਈ ਕਰੇਗਾ ਫਿਰ ਪਰਮਾਤਮਾ ਦਿਸੇਗਾ। ਹੁਣ ਤੂੰ ਇਹ ਗੱਲ ਚਾਹੁੰਦਾ ਵੀ ਗੁਰੂ ਨਾ ਧਾਰਨ ਕਰਨਾ ਪਵੇ, ਕਮਾਈ ਕਰਨੀ ਨਾ ਪਵੇ, ਮੰਜੇ 'ਤੇ ਸੁੱਤਾ ਵਾ, ਰਜਾਈ ਲੈ ਕੇ ਤੇ ਰਜਾਈ ਮੂੰਹੋਂ ਲਾਵਾਂ ਤੇ ਸਾਹਮਣੇ ਪਰਮਾਤਮਾ ਖਲੋਤਾ ਹੋਵੇ, ਇੱਦਾਂ ਹੀ ਮਿਲ ਜਾਵੇ। ਇੱਦਾਂ ਨਹੀਂ ਮਿਲਣਾ ਹੈ। ਉਹਦੀ ਪ੍ਰਾਪਤੀ ਵਾਸਤੇ ਉਪਦੇਸ਼ ਦੇ ਉੱਪਰ ਚੱਲਣਾ ਪੈਣਾ। ਸੁੱਤਾ ਉੱਠ ਕੇ ਆਖੇ ਵੀ ਰੱਬ ਮਿਲੇ, ਨਹੀਂ, ਉਹਦੀ ਕਮਾਈ ਕਰਨੀ ਪੈਣੀ ਹੈ। ਕਮਾਈ ਕਰਨ ਵਾਸਤੇ ਗੁਰੂ ਦਾ ਬਚਨ ਮੰਨਣਾ ਪੈਣਾ। ਗੁਰੂ ਦਾ ਬਚਨ ਮੰਨਣ ਵਾਸਤੇ ਤੇ ਫਿਰ ਸਾਨੂੰ ਕਈ ਔਗਣ ਛੱਡਣੇ ਪੈਣਗੇ ਔਰ ਕਈ ਗੁਣ ਧਾਰਨ ਕਰਨੇ ਪੈਣਗੇ। ਜਿੰਨਾ ਚਿਰ ਨਹੀਂ ਕਰਦੇ ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ,
ਜਬ ਗਾਵਾਂ, ਜਿਸ ਵੇਲੇ ਪਰਮਾਤਮਾ ਨੂੰ ਗਾਵਾਂ ਕਹੀਏ ਗਾਵਿਆ, ਤਬ ਦੇਖਾਂ, ਫਿਰ ਮੈਂ ਪਰਮਾਤਮਾ ਨੂੰ ਵੇਖਿਆ। ਜੇ ਕੋਈ ਰੱਬ ਨੂੰ ਵੇਖਣਾ ਚਾਹੁੰਦਾ ਹੈ ਨਾ, ਉਹਨੂੰ ਇਹ ਉਪਦੇਸ਼ ਅੱਜ ਵਾਲਾ ਮੰਨਣਾ ਪੈਣਾ। ਗੁਰੂ ਧਾਰਨ ਕਰ, ਗੁਰੂ ਦੇ ਦੱਸੇ ਉਪਦੇਸ਼ ਨੂੰ ਗਾ, ਭਾਵ ਕੇ ਜਪ। ਜਦੋਂ ਜਪੇਗਾ ਫਿਰ ਪਰਮਾਤਮਾ ਤੈਨੂੰ ਦਿਸੇਗਾ, ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਤੋ ਜਨ ਧੀਰਜ ਪਾਵਾ। ਜਦੋਂ ਜਨ ਭਗਤਾਂ ਨੇ, ਗੁਰਮੁਖਾਂ ਨੇ ਪਰਮਾਤਮਾ ਨੂੰ ਵੇਖ ਲਿਆ, ਫਿਰ ਕਹੀਏ ਧੀਰਜ ਪ੍ਰਾਪਤ ਤਾਂ ਹੁੰਦੀ ਹੈ, ਹੌਸਲਾ ਵੀ ਤਾਂ ਹੀ ਹੁੰਦਾ। ਹੁਣ ਤੇ ਅਸੀਂ ਡਰਦੇ ਪਏ ਨਾ ਜਮਾਂ ਦੇ ਕੋਲੋਂ, ਸੰਸਾਰ ਦੇ ਕੋਲੋਂ, ਚੰਗੇ ਕੋਲੋਂ, ਮਾੜੇ ਕੋਲੋਂ, ਹਰ ਵੇਲੇ ਡਰ ਹੈ। ਪਰ ਜਿਨ੍ਹਾਂ ਨੂੰ ਪਰਮਾਤਮਾ ਨਜ਼ਰ ਆ ਗਿਆ ਨਾ, ਉਹਨਾਂ ਦੇ ਸਾਰੇ ਡਰ ਖਤਮ ਹੋ ਜਾਂਦੇ। ਉਹਨਾਂ ਦੇ ਫਿਰ ਕਾਗਜ਼ ਵਹੀ ਖਾਤੇ, ਜਮਾਂ ਦਾ ਹਿਸਾਬ ਕਿਤਾਬ। ਧਰਮ ਰਾਏ ਅਬ ਕਹਾਂ ਕਰੇਗੋ, ਜੋ ਸਗਲਿਓ ਫਾਟਿਓ ਲੇਖਾ। ਉਹ ਕਹਿੰਦੇ ਵੀ ਹੁਣ ਧਰਮ ਰਾਜਾ ਕੀ ਕਰੇਗਾ, ਸਾਡੇ ਤੇ ਲੇਖੇ ਹੀ ਪਾੜ ਗਏ। ਪਰ ਪਾਟੇ ਉਹਨਾਂ ਦੇ ਜਿਨ੍ਹਾਂ ਨੇ ਪਰਮਾਤਮਾ ਨੂੰ ਵੇਖ ਲਿਆ। ਜਿਹੜੇ ਨਹੀਂ ਵੇਖਦੇ ਪਏ ਉਹ ਡਰਦੇ ਪਏ ਨੇ, ਪਰ ਜਿਨ੍ਹਾਂ ਨੇ ਵੇਖ ਲਿਆ ਉਹਨਾਂ ਨੂੰ ਐਸੀ ਗੁਰਮੁਖੋ ਧੀਰਜ ਆ ਜਾਂਦੀ ਹੈ, ਉਹਨਾਂ ਦਾ ਫਿਰ ਹੌਸਲਾ ਟੁੱਟਦਾ ਨਹੀਂ। ਉਹਨਾਂ ਨੂੰ ਕੋਈ ਡਰਾ ਨਹੀਂ ਸਕਦਾ ਹੈ, ਉਹਨਾਂ ਨੂੰ ਕੋਈ ਦਬਾ ਨਹੀਂ ਸਕਦਾ ਹੈ, ਜਿਨ੍ਹਾਂ ਦੇ ਉੱਪਰ ਐਸੀ ਬਖਸ਼ਿਸ਼ ਹੁੰਦੀ ਹੈ। ਨਾਦ ਸਮਾਇਲੋ ਰੇ ਸਤਿਗੁਰ ਭੇਟ ਲੈ ਦੇਵਾ। ਜਿਨ੍ਹਾਂ ਨੂੰ ਦੇਵਾ ਕਹੀਏ, ਪ੍ਰਕਾਸ਼ ਸਰੂਪ ਗੁਰੂ ਮਿਲਿਆ, ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਉਪਦੇਸ਼ ਲਿਆ, ਉਪਦੇਸ਼ ਜਿਨ੍ਹਾਂ ਦੇ ਹਿਰਦੇ ਵਿੱਚ ਪੈ ਗਿਆ ਹੈ, ਕਮਾਈ ਕਰ ਗਏ, ਇਹ ਉਹਨਾਂ ਨੂੰ ਭਾਈ ਪ੍ਰਾਪਤੀ ਹੋਈ ਹੈ। ਕਿਸੇ ਸ਼ਰਧਾਲੂ ਨੇ ਆ ਕੇ ਪੁੱਛਿਆ, ਨਾਮਦੇਵ ਜੀ ਪਰਮਾਤਮਾ ਕਿਵੇਂ ਮਿਲਿਆ? ਕਹਿੰਦੇ ਵੀ ਇਸ ਤਰ੍ਹਾਂ ਮਿਲਿਆ, ਪਹਿਲਾਂ ਗੁਰੂ ਬਣਾਇਆ, ਫਿਰ ਉਪਦੇਸ਼ ਲਿਆ, ਕਮਾਈ ਕੀਤੀ ਤੇ ਪ੍ਰਾਪਤੀ ਹੋਈ। ਗੁਰਮੁਖਾ ਇਸੇ ਤਰ੍ਹਾਂ ਪਹਿਲਾਂ ਤੂੰ ਵੀ ਗੁਰੂ ਬਣਾ, ਫਿਰ ਗੁਰੂ ਕੋਲੋਂ ਉਪਦੇਸ਼ ਲੈ, ਫਿਰ ਉਪਦੇਸ਼ ਦੀ ਕਮਾਈ ਕਰ। ਜਦੋਂ ਕਰੇਂਗਾ, ਜਬ ਦੇਖਾਂ ਤਦ ਪਰਮਾਤਮਾ ਨੂੰ ਵੇਖੇਂਗਾ, ਤੇ ਜਦੋਂ ਦੇਖੇਂਗਾ ਫਿਰ ਤੈਨੂੰ ਧੀਰਜ ਆ ਜਾਵੇਗੀ। ਨਾ ਜਮਾਂ ਦਾ ਡਰ, ਨਾ ਰਾਜੇ ਦਾ ਡਰ, ਨਾ ਸੰਸਾਰ ਦਾ ਡਰ। ਇਹ ਸਾਰੇ ਡਰ ਖਤਮ ਹੋ ਜਾਣਗੇ, ਡਰ ਨਹੀਂ ਕੋਈ ਰਹਿ ਜਾਵੇਗਾ। ਤੇ ਫਿਰ ਤੈਨੂੰ ਐਸੀ ਧੀਰਜ ਪ੍ਰਾਪਤ ਹੋਵੇਗੀ, ਐਸਾ ਹੌਸਲਾ ਪ੍ਰਾਪਤ ਹੋਵੇਗਾ। ਬਾਹਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ। ਸਾਡੇ ਕੋਲ ਇਹ ਵਿਸ਼ਵਾਸ ਨਹੀਂ ਹੈ, ਸਾਡੇ ਕੋਲ ਇਹ ਧੀਰਜ ਨਹੀਂ ਵੀ ਦੁਬਾਰਾ ਮੈਂ ਜਨਮ ਲੈ ਕੇ ਆਵਾਂਗਾ ਕਿ ਨਹੀਂ। ਦੁਬਾਰਾ ਜਨਮ ਮਿਲੇਗਾ, ਕਿੱਥੇ ਮਿਲੇਗਾ, ਕਿਵੇਂ ਦਾ ਮਿਲੇਗਾ, ਪਤਾ ਕੋਈ ਨਹੀਂ ਹੈ, ਕਿਉਂਕਿ ਸਾਨੂੰ ਪ੍ਰਾਪਤੀ ਨਹੀਂ ਨਾ। ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਹੈ ਉਹਨਾਂ ਨੂੰ ਵਿਸ਼ਵਾਸ ਇੰਨਾ, ਭਰੋਸਾ ਇੰਨਾ। ਕਹਿਣ ਲੱਗੇ ਬਾਹਰ ਹਮ ਕਾਹੇ ਆਵੇਂਗੇ, ਦੁਬਾਰਾ ਮੈਂ ਆਉਣਾ ਹੀ ਕਿਉਂ ਹੈ, ਹੁਣ ਨਹੀਂ ਆਉਂਦਾ। ਸੰਸਾਰ ਵਿੱਚ ਜਨਮ ਹੁਣ ਨਹੀਂ ਲੈਣਾ ਪਵੇਗਾ। ਕਿਉਂ? ਆਵਨ ਜਾਣਾ ਹੁਕਮ ਤਿਸੈ ਕਾ, ਆਉਣਾ ਤੇ ਜਾਣਾ ਜਿਸ ਪਰਮਾਤਮਾ ਦਾ ਹੁਕਮ ਹੈ, ਉਹਦੇ ਹੁਕਮ ਨੂੰ ਬੁੱਝ ਕੇ ਮੈਂ ਉਹਦੇ ਹੁਕਮ ਦੇ ਵਿੱਚ ਹੀ ਸਮਾ ਗਿਆ, ਲੀਨ ਹੋ ਗਿਆ। ਤਾਂ ਕਰਕੇ ਹੁਣ ਮੈਨੂੰ ਸੰਸਾਰ ਵਿੱਚ ਨਹੀਂ ਆਉਣਾ ਪੈਣਾ। ਇਹ ਭਗਤ ਨਾਮਦੇਵ ਜੀਆਂ ਨੇ ਸਵਾਲ ਦਾ ਜਵਾਬ ਆਖਿਆ। ਮੈਨੂੰ ਇਸ ਤਰ੍ਹਾਂ ਮਿਲਿਆ, ਤੂੰ ਵੀ ਇਸ ਤਰ੍ਹਾਂ, ਤੁਸੀਂ ਵੀ ਇਸ ਤਰ੍ਹਾਂ ਕਰੋਗੇ, ਤੁਹਾਨੂੰ ਵੀ ਇਸ ਤਰ੍ਹਾਂ ਪਰਮਾਤਮਾ ਪ੍ਰਾਪਤ ਹੋ ਜਾਏਗਾ। ਰਾਓ ਜਹ ਝਿਲ ਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਭਜੰਤਾ। ਨਾਮਦੇਵ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਤਹਿ ਅਨਹਦ। ਅਨਹਦ ਤੋਂ ਭਾਵ ਹੁੰਦਾ ਇੱਕ ਰਸ, ਇੱਕੋ ਜਿਹਾ, ਇੱਕੋ ਬਰਾਬਰ। ਕੁਝ ਗੱਲਾਂ ਉਹ ਹੁੰਦੀਆਂ ਨਾ, ਕਦੇ ਘਟ ਗਈਆਂ, ਕਦੇ ਵੱਧ ਗਈਆਂ। ਮੰਨ ਲਓ ਜਿਵੇਂ ਚੰਦਰਮਾ ਹੀ ਹੈ, ਕਦੇ ਘਟ ਜਾਂਦਾ, ਕਦੇ ਵੱਧ ਜਾਂਦਾ। ਚੰਦਰਮਾ ਨੂੰ ਪੂਰਾ ਨਹੀਂ ਗਿਣਿਆ ਗਿਆ, 15 ਦਿਨ ਘਟਿਆ, 15 ਦਿਨ ਵਧਿਆ। ਪਰਮਾਤਮਾ ਦਾ ਨਾਮ ਦਾ ਰਸ ਇਹੋ ਜਿਹਾ, ਉਸ ਨੂੰ ਕਿਹਾ ਜਾਂਦਾ ਅਨਹਦ, ਇੱਕ ਰਸ, ਉਹਦੇ ਵਿੱਚ ਫਰਕ ਕੋਈ ਨਹੀਂ ਪੈਂਦਾ। ਤੇ ਪਾਤਸ਼ਾਹ ਕਹਿਣ ਲੱਗੇ ਤਾਂ ਅਨਹਦ ਸ਼ਬਦ, ਅਨਹਦ ਇੱਕ ਰਸ ਜਿਹੜਾ ਗੁਰੂ ਦਾ ਸ਼ਬਦ ਹੈ, ਬਜੰਤਾ, ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ, ਗੁਰੂ ਦਾ ਸ਼ਬਦ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਗਿਆ, ਗੁਰੂ ਦਾ ਸ਼ਬਦ ਜਿਨ੍ਹਾਂ ਦੇ ਅੰਦਰ ਚੱਲਣ ਲੱਗ ਪਿਆ, ਸਵਾਸ ਸਵਾਸ ਚੱਲਦਾ ਪਿਆ। ਕਹਿਣ ਲੱਗੇ ਐਸੇ ਜਿਹੜੇ ਗੁਰਮੁਖ ਨੇ ਤੈ ਝਿਲਮਿਲਕਾਰ, ਉਹਨਾਂ ਦੇ ਅੰਦਰ ਝਿਲਮਿਲਕਾਰ ਕਹੀਏ ਪ੍ਰਕਾਸ਼ ਹੋ ਗਿਆ। ਉਹਨਾਂ ਦੇ ਅੰਦਰ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਐਸੀ ਦਾਤ ਮਿਲ ਗਈ ਜਿਨ੍ਹਾਂ ਨੇ ਭਾਈ ਸ਼ਬਦ ਨੂੰ ਜਪਿਆ ਨਾ ਗੁਰਮੁਖੋ, ਉਹ ਫਿਰ ਸ਼ਬਦ ਇੱਕ ਰਸ ਉਹਨਾਂ ਦੇ ਅੰਦਰ ਧੁਨੀ ਚੱਲਦੀ ਰਹਿੰਦੀ, ਵਾਹਿਗੁਰੂ ਵਾਹਿਗੁਰੂ।
ਇਹ ਧੁਨੀ ਲਗਾਤਾਰ ਹੀ ਅੰਦਰ ਚੱਲਦੀ ਰਹਿੰਦੀ, ਮਿਟਦੀ ਨਹੀਂ ਹੈ, ਮੁੱਕਦੀ ਨਹੀਂ ਹੈ। ਉਠਤ ਬੈਠਤ ਸੋਵਤ ਨਾਮ, ਉੱਠਦੇ ਪਏ ਤਾਂ ਵੀ ਉਹ ਲੜੀ ਚੱਲਦੀ ਪਈ ਹੈ, ਸੌਂਦੇ ਪਏ ਤਾਂ ਵੀ ਚੱਲਦੀ ਪਈ ਹੈ। ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਗਸੈ ਰਾਮ, ਸੁੱਤਿਆਂ ਵੀ ਉਹਨਾਂ ਦੀ ਉਹ ਲੜੀ ਟੁੱਟੀ ਨਹੀਂ ਵਾਹਿਗੁਰੂ ਮੰਤਰ ਦੀ, ਜਾਗਦਿਆਂ ਵੀ ਨਹੀਂ, ਉੱਠਦਿਆਂ ਵੀ ਨਹੀਂ, ਬੈਠਿਆਂ ਵੀ ਨਹੀਂ, ਲੇਟਿਆਂ ਵੀ ਨਹੀਂ, ਤੁਰਿਆਂ ਵੀ ਨਹੀਂ। ਇਹ ਲੜੀ ਐਸੀ ਚੱਲ ਪੈਂਦੀ ਹੈ, ਲਗਾਤਾਰ ਚੱਲਦੀ ਰਹਿੰਦੀ ਹੈ। ਕਹਿਣ ਲੱਗੇ ਭਾਈ ਇਸ ਨੂੰ ਕਿਹਾ ਜਾਂਦਾ ਅਨਹਦ ਇੱਕ ਰਸ, ਗੁਰੂ ਦਾ ਸ਼ਬਦ ਜਿਨ੍ਹਾਂ ਦੇ ਅੰਦਰ ਵੱਜਿਆ, ਜਿਨ੍ਹਾਂ ਦੇ ਅੰਦਰ ਪ੍ਰਗਟ ਹੋਇਆ। ਜਹ ਝਿਲਮਿਲ ਕਾਰ ਦਸੰਤਾ, ਉਹਨਾਂ ਦੇ ਅੰਦਰ ਫਿਰ ਝਿਲਮਿਲ ਕਾਰ ਕਹੀਏ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ। ਐਸੀ ਦਾਤ ਮਿਲਦੀ ਹੈ। ਜੋਤੀ ਜੋਤ ਸਮਾਨੀ, ਸੋ ਕਹਿਣ ਲੱਗੇ ਜੋਤੀ ਜੋ ਪਰਮਾਤਮਾ ਹੈ ਉਹਦੇ ਵਿੱਚ ਉਹਨਾਂ ਗੁਰਮੁਖਾਂ ਦੀ ਜੋਤ ਕਹੀਏ ਆਤਮਾ ਸਮਾ ਜਾਂਦੀ ਹੈ। ਮੈਂ ਗੁਰ ਪ੍ਰਸਾਦੀ ਜਾਨੀ, ਪਰ ਇਹ ਦਾਤਾਂ ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਜਾਣੀਆਂ ਜਾਂਦੀਆਂ। ਇਹ ਜੋਤੀ ਉਹਨਾਂ ਦੀ ਸਮਾਈ ਪਰਮਾਤਮਾ ਦੇ ਨਾਲ ਜਿਨ੍ਹਾਂ ਨੇ ਗੁਰੂ ਦੀ ਪ੍ਰਸਾਦ ਕਹੀਏ ਕਿਰਪਾ ਲਈ ਹੈ। ਗੁਰੂ ਕਿਰਪਾ ਬਿਨਾਂ ਪ੍ਰਾਪਤੀ ਨਹੀਂ ਜੇ ਹੁੰਦੀ। ਮੈਂ ਗੁਰ ਪ੍ਰਸਾਦੀ ਜਾਨੀ, ਜਿਨ੍ਹਾਂ ਨੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਮੈਂ ਮੇਰੀ ਨੂੰ ਪਰੇ ਕੀਤਾ, ਹੰਗਤਾ ਮਮਤਾ ਨੂੰ ਪਰੇ ਕੀਤਾ, ਮਾਨ ਨੂੰ ਜਿਨ੍ਹਾਂ ਨੇ ਪਰੇ ਕਰ ਦਿੱਤਾ। ਮੈਂ ਤੋਂ ਭਾਵ ਮਾਨ, ਮੈਂ ਤੋਂ ਭਾਵ ਹੰਕਾਰ, ਜਿਨ੍ਹਾਂ ਨੇ ਇਸ ਗੱਲ ਨੂੰ ਪਰੇ ਕੀਤਾ, ਪਰੇ ਕਰਨਾ ਜਾਣ ਲਿਆ ਨਾ ਗੁਰੂ ਦੀ ਕਿਰਪਾ ਨਾਲ। ਮਾਨ ਨੂੰ ਕਿਵੇਂ ਛੱਡਣਾ, ਹਉਮੈ ਨੂੰ ਕਿਵੇਂ ਛੱਡਣਾ, ਹੰਕਾਰ ਨੂੰ ਕਿਵੇਂ ਛੱਡਣਾ, ਜਿਨ੍ਹਾਂ ਨੇ ਜਾਣ ਲਿਆ ਹੈ। ਜੋਤੀ ਜੋਤ ਸਮਾਨੀ, ਉਹਨਾਂ ਗੁਰਮੁਖਾਂ ਦੀ ਜੋਤੀ ਜਿਹੜੀ ਹੈ ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦੀ ਹੈ, ਉਹ ਪਰਮਾਤਮਾ ਵਿੱਚ ਲੀਨ ਹੋ ਜਾਂਦੇ। ਐਸੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ। ਐਸੇ ਉਹ ਗੁਰਮੁਖ ਜਿਹੜੇ ਨੇ ਉਹ ਗੁਰੂ ਕਿਰਪਾ ਦੇ ਨਾਲ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ। ਬਚਨ ਆ ਗਿਆ ਹੈ ਮੈਂ ਗੁਰ ਪ੍ਰਸਾਦੀ ਜਾਨੀ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਸਿੱਖਿਆ ਗ੍ਰਹਿਣ ਕਰਨੀ ਜਾਣੀ ਹੈ। ਗੁਰਮੁਖੋ ਜਿਹੜੀ ਗੁਰੂ ਦੀ ਸਿੱਖਿਆ ਹੈ ਨਾ, ਇਹ ਗੁਰੂ ਕਿਰਪਾ ਬਿਨਾਂ ਗ੍ਰਹਿਣ ਵੀ ਨਹੀਂ ਹੁੰਦੀ ਹੈ। ਕਈ ਵਾਰੀ ਅਸੀਂ ਬਚਨ ਸੁਣ ਲੈਂਦੇ ਹਾਂ ਕਥਾ ਵਿੱਚ, ਕੀਰਤਨ ਵਿੱਚ, ਪਾਠ ਵਿੱਚ, ਪਰ ਅਸੀਂ ਗ੍ਰਹਿਣ ਨਹੀਂ ਕਰ ਪਾਉਂਦੇ, ਉਹਦੇ ਉੱਪਰ ਚੱਲ ਨਹੀਂ ਪਾਉਂਦੇ। ਉਹਦਾ ਕਾਰਨ ਇਹ ਹੈ ਗੁਰੂ ਦੀ ਕਿਰਪਾ ਹੋਈ ਨਹੀਂ ਹੈ। ਗੁਰੂ ਦੀ ਕਿਰਪਾ ਹੋਵੇ ਤੇ ਫਿਰ ਗੁਰੂ ਦਾ ਦੱਸਿਆ ਹੋਇਆ ਬਚਨ ਗ੍ਰਹਿਣ ਹੁੰਦਾ ਹੈ, ਫਿਰ ਉਹਦੀ ਕਮਾਈ ਹੁੰਦੀ ਹੈ। ਜਿਨ੍ਹਾਂ ਨੇ ਗੁਰੂ ਕਿਰਪਾ ਦੇ ਨਾਲ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨਾ ਜਾਣਿਆ ਹੈ, ਉਹਨਾਂ ਦੀ ਜੋਤੀ ਕਹੀਏ ਜੋ ਆਤਮਾ ਹੈ, ਉਹ ਜੋਤੀ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਦਾਤ, ਇਹ ਅਵਸਥਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਸੋ ਇਸੇ ਤਰ੍ਹਾਂ ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ, ਜਿਨ੍ਹਾਂ ਨੇ ਮੈਂ ਤੋਂ ਭਾਵ ਹੰਕਾਰ, ਹੰਕਾਰ ਨੂੰ ਦੂਰ ਕਰਨਾ ਜਾਣਿਆ। ਪਰ ਹੰਕਾਰ ਵੀ ਤੇ ਗੁਰੂ ਕਿਰਪਾ ਕਰੇ ਤਾਂ ਹੀ ਜਾਣਿਆ ਜਾਂਦਾ ਹੈ ਨਾ। ਕਈ ਵਾਰੀ ਅਸੀਂ ਸੂਖਮ ਰੂਪ ਦੇ ਵਿੱਚ ਥੋੜ੍ਹਾ ਬਹੁਤਾ ਹੰਕਾਰ ਰਹਿ ਹੀ ਜਾਂਦਾ ਹੈ। ਇਹ ਸੇਵਾ ਵੀ ਕਰ ਲਈ ਹੈ, ਸਿਮਰਨ ਵੀ ਕਰ ਲਿਆ, ਨਾਮ ਵੀ ਜਪ ਲਿਆ, ਕਰ ਸਾਰਾ ਕੁਝ ਲਿਆ, ਪਰ ਕਿਤੇ ਨਾ ਕਿਤੇ ਇਹ ਗੱਲ ਆ ਗਈ ਵੀ ਇਹ ਦਾਸ ਨੇ ਕੀਤਾ ਹੈ। ਹੁਣ ਦਾਸ ਸ਼ਬਦ ਤੇ ਕਹਿ ਦਿੱਤਾ, ਸੋਚਿਆ ਤੇ ਇਹ ਵੀ ਮੈਂ ਤੇ ਦਾਸ ਹਾਂ, ਪਰ ਗਿਣਤੀ ਵਿੱਚ ਤੇ ਫਿਰ ਵੀ ਆ ਕੇ ਬੈਠਾ ਨਾ ਮੈਂ ਕੀਤਾ ਹੈ। ਸੂਖਮ ਰੂਪ ਦੇ ਵਿੱਚ ਥੋੜ੍ਹੀ ਬਹੁਤੀ ਹਉਮੈ ਕਿਤੇ ਨਾ ਕਿਤੇ ਰਹਿ ਜਾਂਦੀ ਹੈ। ਜਿਵੇਂ ਭਾਈ ਗੁਰਦਾਸ ਜੀਆਂ ਨੇ ਆਖਿਆ ਸੀ ਸਿੱਖ ਪੂਰਾ ਹੋਵੇ ਤੇ ਉਹਦਾ ਭਲਾ ਹੋ ਜਾਂਦਾ ਹੈ, ਫਿਰ ਗੁਰੂ ਦਾ ਉਪਦੇਸ਼ ਕਮਾਇਆ ਜਾਂਦਾ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜਾਣ ਗਏ, ਮਨ ਵਿੱਚ ਮਾਣ ਹੈ ਵੀ ਪੂਰਾ ਸਿੱਖ। ਤੇ ਸਤਿਗੁਰਾਂ ਨੇ ਫਿਰ ਸਮਝਾਇਆ ਸਿੱਖ ਭਾਵੇਂ ਪੂਰਾ ਹੋਵੇ, ਪਰ ਜਿੰਨਾ ਚਿਰ ਗੁਰੂ ਨਹੀਂ ਨਾ ਤਰੁੱਠਦੇ, ਬਖਸ਼ਿਸ਼ ਨਹੀਂ ਨਾ ਕਰਦੇ, ਉਹਨਾਂ ਚਿਰ ਪੂਰੇ ਵੀ ਅਧੂਰੇ ਹੀ ਰਹਿੰਦੇ ਨੇ, ਉਹਨਾਂ ਚਿਰ ਪ੍ਰਾਪਤੀ ਕੋਈ ਨਹੀਂ ਹੈ। ਗੁਰੂ ਕਿਰਪਾ ਕਰੇ ਤਾਂ ਇਹ ਹਉਮੈ ਹੰਗਤਾ ਦੂਰ ਹੁੰਦੀ ਹੈ। ਰਤਨ ਕਮਲ ਕੋਠੜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਿਨ੍ਹਾਂ ਦਾ ਹਿਰਦਾ ਰੂਪੀ ਕਮਲ, ਇਹ ਸਾਡਾ ਹਿਰਦਾ ਵੀ ਕਮਲ ਦੇ ਵਾਂਗ ਹੈ, ਕਮਲ ਦੇ ਫੁੱਲ ਵਾਂਗ, ਜਿਨ੍ਹਾਂ ਦਾ ਹਿਰਦਾ ਸ਼ੁਭ ਗੁਣਾਂ ਦੇ ਨਾਲ, ਸ਼ੁਭ ਗੁਣਾਂ ਦੇ ਨਾਲ ਜਿਨ੍ਹਾਂ ਦਾ ਹਿਰਦਾ ਭਰਿਆ ਹੋਇਆ। ਸ਼ੁਭ ਗੁਣ ਕੀ ਨੇ? ਸਤ, ਸੰਤੋਖ, ਦਇਆ, ਧਰਮ, ਇਹ ਸਾਰੇ ਸ਼ੁਭ ਗੁਣ ਨੇ। ਇਹਨਾਂ ਗੁਣਾਂ ਦੇ ਨਾਲ ਜਿਨ੍ਹਾਂ ਦਾ ਕਹਿ ਲਈਏ ਹਿਰਦਾ ਭਰਿਆ ਹੋਇਆ, ਐਸੇ ਜਿਹੜੇ ਗੁਰਮੁਖ ਹਨ। ਚਮਕਾਰ ਬੀਜਲ ਤਹੀਂ, ਕਹਿਣ ਲੱਗੇ ਉੱਥੇ ਚਮਕਾਰ ਬੀਜਲ, ਉਹਨਾਂ ਦੇ ਅੰਦਰ ਬੀਜਲ ਬਿਜਲੀ ਦੇ ਵਾਂਗ ਚਮਕਾਰ ਕਹੀਏ ਪ੍ਰਕਾਸ਼ ਹੋਇਆ। ਕਿਹਨਾਂ ਦੇ ਅੰਦਰ? ਜਿਨ੍ਹਾਂ ਦਾ ਹਿਰਦਾ ਰੂਪੀ ਕਮਲ ਸ਼ੁਭ ਗੁਣਾਂ ਦੇ ਨਾਲ ਭਰਿਆ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ,
ਇਹ ਜਿਹੜਾ ਸਾਡਾ ਸਰੀਰ ਰੂਪੀ ਕੋਠਾ ਹੈ, ਇਹਦੇ ਅੰਦਰ ਅੰਤःਕਰਣ, ਇਹਦੇ ਅੰਦਰ ਮਨ ਹੈ, ਜਿਨ੍ਹਾਂ ਦਾ ਇਹ ਮਨ ਸ਼ੁਭ ਗੁਣਾਂ ਦੇ ਨਾਲ ਭਰਿਆ। ਕਹਿਣ ਲੱਗੇ ਗੁਰਮੁਖੋ, ਉਹਨਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼, ਜਿਵੇਂ ਬਿਜਲੀ ਆਕਾਸ਼ ਦੇ ਵਿੱਚ ਪ੍ਰਕਾਸ਼ ਕਰਦੀ ਹੈ ਨਾ, ਚਮਕਾਰਾ ਦਿੰਦੀ ਹੈ, ਇਵੇਂ ਨਾਮ ਦਾ ਚਮਕਾਰਾ ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਨੇਰਾ ਨਹੀਂ ਦੂਰ, ਉਹ ਪ੍ਰਮਾਤਮਾ ਜਿਹੜਾ ਹੈ ਨਾ ਗੁਰਮੁਖੋ, ਨੇਰਾ ਹੈ, ਗੁਰਮੁਖਾਂ ਦੇ ਬਿਲਕੁਲ ਨੇੜੇ ਹੈ, ਉਹਨਾਂ ਦੇ ਕੋਲ ਹੀ ਹੈ। ਨਾ ਹੀ ਦੂਰ, ਗੁਰਮੁਖਾਂ ਤੋਂ ਦੂਰ ਕੋਈ ਨਹੀਂ ਹੈ। ਗੁਰਮੁਖਾਂ ਦੇ ਹਰ ਵੇਲੇ ਸਦਾ ਅੰਗ ਸੰਗੇ ਆ ਭੰਗੰਗ ਬਿਭੂਤੇ, ਗੁਰਮੁਖਾਂ ਦੇ ਬਿਲਕੁਲ ਨੇੜੇ, ਉਹਨਾਂ ਤੋਂ ਦੂਰ ਨਹੀਂ। ਫਿਰ ਬਖਸ਼ਿਸ਼ ਕਰਦੇ ਹਨ। ਚਮਕਾਰ ਬਿਜਲ ਤਹੀ, ਨੇੜੇ ਨਾ ਹੀ ਦੂਰ, ਉਹ ਪ੍ਰਮਾਤਮਾ ਨੇੜੇ ਨਹੀਂ, ਉਹਨਾਂ ਦੇ ਨੇੜੇ ਨਹੀਂ। ਕਿਹਨਾਂ ਦੇ? ਮਨਮੁਖਾਂ ਦੇ। ਮਨਮੁਖਾਂ ਤੋਂ ਬਿਲਕੁਲ ਉਹ ਪ੍ਰਮਾਤਮਾ ਦੂਰ ਹੈ। ਗੁਰਮੁਖਾਂ ਦੇ ਨੇੜੇ ਹੈ, ਦੂਰ ਨਹੀਂ, ਪਰ ਮਨਮੁਖਾਂ ਦੇ ਕੋਲੋਂ ਦੂਰ ਹੈ, ਉਹਨਾਂ ਦੇ ਉਹ ਨੇੜੇ ਨਹੀਂ ਹੈ। ਐਸੀ ਹਾਲਤ ਉਹਨਾਂ ਦੀ ਬਣ ਜਾਂਦੀ ਹੈ। ਸਤਿਗੁਰੂ ਬਖਸ਼ਦੇ ਹਨ। ਨਿਜ ਆਤਮਾ ਰਹਾ ਭਰਪੂਰ, ਉਹ ਪ੍ਰਮਾਤਮਾ ਜਿਹੜਾ ਹੈ ਨਾ, ਸਾਡੀ ਆਤਮਾ ਰੂਪ ਹੋ ਰਿਹਾ, ਸਾਡਾ ਮਨ ਹੋ ਰਿਹਾ। ਨਾ ਉਹ ਪ੍ਰਮਾਤਮਾ ਨੇੜੇ ਹੈ, ਨਾ ਉਹ ਪ੍ਰਮਾਤਮਾ ਦੂਰ ਹੈ। ਕਾਰਨ ਪਤਾ ਕੀ ਹੈ? ਜਿਹੜੀ ਵਸਤੂ ਸਾਡੇ ਸਰੀਰ ਤੋਂ ਵੱਖਰੀ ਹੈ, ਸਾਡੇ ਸਰੀਰ ਤੋਂ ਬਾਹਰੀ ਜਿਹੜੀ ਦੂਜੀ ਵਸਤੂ ਹੈ ਨਾ, ਉਹ ਹੁੰਦੀ ਹੈ ਕਦੇ ਨੇੜੇ ਤੇ ਕਦੇ ਦੂਰ। ਮੰਨ ਲਓ ਵੀ ਸਾਡਾ ਘਰ ਹੀ ਹੈ, ਘਰ ਸਾਡਾ ਸਰੀਰ ਤੋਂ ਵੱਖਰਾ ਹੈ। ਕਦੇ ਅਸੀਂ ਘਰ ਦੇ ਬਿਲਕੁਲ ਨੇੜੇ ਚਲੇ ਜਾਵਾਂਗੇ, ਕਦੇ ਘਰ ਤੋਂ ਦੂਰ ਵੀ ਚਲੇ ਜਾਵਾਂਗੇ। ਪਰ ਪਰਮਾਤਮਾ ਸਾਡੇ ਸਰੀਰ ਤੋਂ ਹੀ ਵੱਖਰਾ ਨਹੀਂ। ਉਹਨੂੰ ਫਿਰ ਕਿਵੇਂ ਕਹਿ ਦਿਆਂਗੇ ਵੀ ਉਹ ਦੂਰ ਜਾਂ ਨੇੜੇ ਹੈ? ਉਹ ਪਰਮਾਤਮਾ ਤੇ ਹੈ ਹੀ ਸਾਡਾ ਮਨ, ਉਹ ਤੇ ਹੈ ਹੀ ਸਾਡੇ ਅੰਦਰ ਵਸਿਆ। ਇਸ ਕਰਕੇ ਨੇੜਾ ਨਾ ਹੀ ਦੂਰ, ਨਾ ਉਹ ਨੇੜੇ ਹੈ ਨਾ ਉਹ ਦੂਰ ਹੈ। ਨਿਜ ਆਤਮੇ ਰਹਿਆ ਭਰਪੂਰ, ਉਹ ਤੇ ਤੇਰੀ ਆਤਮਾ ਹੋ ਕੇ ਤੇਰੇ ਅੰਦਰ ਬੈਠਾ ਹੈ, ਤੇਰਾ ਮਨ ਬਣ ਕੇ ਤੇਰੇ ਅੰਦਰ ਬੈਠਾ ਹੈ। ਐਸਾ ਉਹ ਪਰਮਾਤਮਾ ਹੈ। ਜਹ ਅਨਹਤ ਸੂਰ ਉਜਾਹਰਾ, ਕਹਿਣ ਲੱਗੇ ਜਿੱਥੇ ਅਨਹਦ ਇੱਕ ਰਸ, ਇਹ ਜਿਹੜੇ ਸੂਰ ਕਹੀਏ, ਜਿਹੜੇ ਵਾਜੇ ਨੇ, ਅਨਹਦ ਸੂਰ ਉਜਾਰਾ, ਜਿੱਥੇ ਅਨਹਦ ਇੱਕ ਰਸ ਗਿਆਨ ਰੂਪੀ ਸੂਰਜ ਦਾ ਕਹਿੰਦੇ ਪ੍ਰਕਾਸ਼ ਹੁੰਦਾ ਹੈ, ਜਿੱਥੇ ਲਗਾਤਾਰ ਗੁਰੂ ਰੂਪੀ ਸੂਰਜ ਜੋ ਗਿਆਨ ਦੀਆਂ ਕਿਰਨਾਂ ਬਖਸ਼ਿਸ਼ ਕਰਦੇ, ਜਿੱਥੇ ਇੱਕ ਰਸ ਲਗਾਤਾਰ ਸਤਿਗੁਰੂ ਗਿਆਨ ਦਾ ਪ੍ਰਕਾਸ਼ ਕਰਦੇ ਹਨ। ਤਹ ਦੀਪਕ ਜਲੈ ਸੰਸਾਰਾ, ਕਹਿਣ ਲੱਗੇ ਗੁਰੂ ਦੀ ਸਿੱਖਿਆ ਹੀ ਗੁਰਮੁਖੋ ਇਹੋ ਜੀ ਹੈ, ਉੱਥੇ ਫਿਰ ਕਰਮਾਂ ਰੂਪੀ ਦੀਵਾ, ਸਾਧਨਾ ਰੂਪੀ ਦੀਵਾ ਫਿੱਕਾ ਪੈ ਜਾਂਦਾ। ਅਸੀਂ ਹੁਣ ਸੋਚਦੇ ਨਾ, ਮੈਂ ਆਹ ਕਰਮ ਕਰਾਂ ਮੈਨੂੰ ਆਹ ਮਿਲੇਗਾ, ਮੈਂ ਆਹ ਸਾਧਨ ਕਰਾਂ ਮੈਨੂੰ ਆਹ ਮਿਲੇਗਾ। ਇਹ ਉਹਨਾਂ ਚਿਰ ਸੋਚਦੇ ਹਾਂ ਜਿੰਨਾ ਚਿਰ ਪ੍ਰਾਪਤੀ ਨਹੀਂ ਹੈ। ਜਿੱਦਣ ਪ੍ਰਾਪਤੀ ਹੋ ਗਈ ਨਾ, ਉਦਣ ਸਾਧਨਾ ਦੇ ਦੀਵੇ ਸਾਰੇ ਫਿੱਕੇ ਪੈ ਜਾਣਗੇ। ਨਾ ਸਾਧਨ ਕਰਨ ਦੀ ਲੋੜ ਹੈ, ਨਾ ਕੋਈ ਕਰਮ ਕਰਨ ਦੀ ਲੋੜ ਹੈ। ਕਰਮ ਹੈ ਕਾਰਨ, ਕਿਸੇ ਵਿਦਵਾਨ ਨੇ ਲਿਖਿਆ, ਕਹਿਣ ਲੱਗੇ ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋਂ ਕਰਮ ਹੈ ਨਾਸ। ਜਿੰਨਾ ਚਿਰ ਗਿਆਨ ਨਹੀਂ ਉਹਨਾਂ ਚਿਰ ਕਰਮ ਕਰਨਾ ਪੈਂਦਾ। ਜਦੋਂ ਗਿਆਨ ਹੋ ਗਿਆ ਫਿਰ ਕਰਮ ਕਰਨ ਦੀ ਵੀ ਲੋੜ ਨਹੀਂ ਰਹਿੰਦੀ ਹੈ। ਨਾ ਕਰਮਾਂ ਦਾ ਹਿਸਾਬ, ਨਾ ਕਰਮਾਂ ਦਾ ਲੇਖਾ ਜੋਖਾ। ਸੋ ਬਚਨ ਆ ਗਿਆ, ਕਹਿਣ ਲੱਗੇ ਭਾਈ ਜੈ ਅਨਹਦ ਸੂਰ ਉਜਿਆਰਾ, ਜਿਨ੍ਹਾਂ ਦੇ ਅੰਦਰ ਇੱਕ ਰਸ ਗੁਰੂ ਦੇ ਸ਼ਬਦ ਦਾ, ਗੁਰੂ ਰੂਪੀ ਸੂਰਜ ਦਾ ਪ੍ਰਕਾਸ਼ ਹੋ ਗਿਆ। ਤੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਅੰਦਰ ਗੁਰਮੁਖੋ ਇਹ ਜਿਹੜਾ ਦੀਵਾ ਹੈ ਨਾ ਕਰਮਾਂ ਦਾ, ਸਾਧਨਾ ਦਾ, ਇਹ ਫਿੱਕਾ ਪੈ ਜਾਂਦਾ। ਫਿਰ ਬਖਸ਼ਿਸ਼ ਕਰਦੇ ਹਨ। ਜੈ ਅਨਹਤ ਸੂਰ ਉਜਾਹਰਾ, ਤਹ ਦੀਪਕ ਜਲੈ ਸੰਸਾਰਾ, ਜਿਨ੍ਹਾਂ ਦੇ ਅੰਦਰ ਗੁਰੂ ਰੂਪੀ ਸੂਰਜ ਦਾ ਪ੍ਰਕਾਸ਼ ਹੁੰਦਾ। ਤੇ ਮਹਾਰਾਜ ਕਹਿਣ ਲੱਗੇ ਸੰਸਾਰਾ, ਇਹ ਜਿਹੜਾ ਇਸ਼ਾਰਾ ਨਾਸ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਵਕਾਰ, ਇਹਨਾਂ ਨੂੰ ਗੁਰੂ ਸ਼ੰਕ ਕਹੀਏ ਨਾਸ ਹੀ ਕਰ ਦਿੰਦਾ। ਅੱਜ ਤੇ ਅਸੀਂ ਵਿਕਾਰਾਂ ਤੋਂ ਡਰਦੇ ਪਏ ਨਾ, ਕਿਤੇ ਕਾਮ ਨਾ ਲੁੱਟ ਲਵੇ, ਕ੍ਰੋਧ ਨਾ ਲੁੱਟ ਲਵੇ, ਲੋਭ ਨਾ ਆ ਜਾਵੇ। ਜਦੋਂ ਗੁਰੂ ਵਾਲਾ ਬਣ ਗਿਆ, ਸ਼ਬਦ ਦੀ ਹੋ ਗਈ ਪ੍ਰਾਪਤੀ, ਤੇ ਮਹਾਰਾਜ ਕਹਿਣ ਲੱਗੇ ਵਿਕਾਰ ਤੇਰੇ ਕੋਲੋਂ ਡਰ ਕੇ ਭੱਜ ਜਾਣਗੇ, ਨਾਸ ਹੀ ਹੋ ਜਾਣਗੇ, ਫੁਰਨਾ ਹੀ ਨਹੀਂ ਆਵੇਗਾ। ਸਤਿਗੁਰੂ ਐਸੇ ਨੇ ਤਹ ਦੀਪਕ ਜਲੈ ਸੰਸਾਰਾ, ਇਹ ਵਿਕਾਰਾਂ ਰੂਪੀ ਜਿਹੜੇ ਦੀਵੇ ਨੇ ਨਾ, ਮਹਾਰਾਜ ਇਹਨਾਂ ਨੂੰ ਸਾੜ ਕੇ ਸੁਆਹ ਕਰ ਦੇਣਗੇ, ਦੂਰ ਕਰ ਦਿੰਦੇ ਹਨ। ਗੁਰ ਪ੍ਰਸਾਦੀ ਜਾਣਿਆ, ਜਿਨ੍ਹਾਂ ਨੇ ਗੁਰੂ ਕਿਰਪਾ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਜਾਣਿਆ ਹੈ। ਜਨਮ ਸਹਿਜ ਸਮਾਨਿਆ, ਨਾਮਦੇਵ ਜੀ ਕਹਿਣ ਲੱਗੇ ਉਹ ਗੁਰਮੁਖ ਜਿਹੜੇ ਨੇ ਸਹਿਜ ਵਿੱਚ ਸਮਾ ਗਏ, ਸਹਿਜ ਵਿੱਚ ਲੀਨ ਹੋ ਗਏ।
ਪ੍ਰਲੀਨ ਉਹ ਹੋਏ ਨੇ ਜਿਨ੍ਹਾਂ ਨੇ ਗੁਰੂ ਕਿਰਪਾ ਦੇ ਨਾਲ ਪਰਮਾਤਮਾ ਨੂੰ ਜਾਣਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹਨਾਂ ਗੁਰਮੁਖਾਂ ਨੂੰ ਪ੍ਰਾਪਤੀ ਹੈ। ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਜੀਆਂ ਦੇ ਪਾਠ ਕੀਤੇ ਗਏ। ਸੋ ਪਾਠ ਦੇ ਜਿਹੜੇ ਸ਼ਲੋਕ ਨੇ ਉਹ ਆਪਾਂ ਕੁਝ ਮਿੰਟਾਂ ਵਾਸਤੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ ਦਿਓ ਸੱਜਣਾ ਸੀ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਜੈ